ਕੁਲਵੀਰ ਬਿਡੇਸਰੋ ਪੰਜਾਬੀ ਸਾਹਿਤ ਜਗਤ ਦਾ ਇੱਕ ਮਾਣਯੋਗ ਨਾਂ ਹੈ। 1985 ਵਿੱਚ ਜਦੋਂ ਉਹ ਇੱਕ ਵਿਦਿਆਰਥਣ ਹੀ ਸੀ, ਉਸਦੀ ਪਹਿਲੀ ਕਿਤਾਬ ਛਪੀ ਦਾਇਰੇ, ਜਿਸ ਵਿੱਚ 2 ਲੰਬੇ ਨਾਵਲਟ ਸ਼ਾਮਲ ਸਨ। ਫਿਰ 1987 ਵਿੱਚ ਉਹਦਾ ਕਹਾਣੀ ਸੰਗ੍ਰਹਿ ਆਇਆ ਇੱਕ ਖਤ ਪਾਪਾ ਦੇ ਨਾਂ। ਕਾਵਿ ਸੰਗ੍ਰਹਿ ਤੇ ਅਨੁਵਾਦ ਦੀਆਂ ਕਿਤਾਬਾਂ ਤੋਂ ਬਾਅਦ 2006 ਵਿੱਚ ਕਹਾਣੀ ਸੰਗ੍ਰਹਿ ਆਇਆ ਕਦੋਂ ਆਏਗੀ ਤੇ 2021 ਵਿੱਚ ਕਹਾਣੀ ਸੰਗ੍ਰਹਿ ਤੁਮ ਕਿਉਂ ਉਦਾਸ ਹੋ, ਜੋ ਕਿ ਬੇਹੱਦ ਚਰਚਾ ਵਿੱਚ ਰਹਿਣ ਵਾਲਾ ਕਹਾਣੀ ਸੰਗ੍ਰਹਿ ਸਾਬਤ ਹੋਇਆ। 2022 ਵਿੱਚ ਬਲਵੀਰ ਮਾਧੋਪੁਰੀ ਹੋਰਾਂ ਕੁਲਵੀਰ ਬਿਡੇਸਰੋ ਦੇ ਇਹਨਾਂ 4 ਕਹਾਣੀ ਸੰਗ੍ਰਹਿਆਂ ਵਿੱਚੋਂ 31 ਚੋਣਵੀਆਂ ਕਹਾਣੀਆਂ ਲੈ ਕੇ ਕਿਤਾਬ ਸੰਪਾਦਿਤ ਕੀਤੀ। ਕੁਲਵੀਰ ਬਿਡੇਸਰੋ ਦੀਆਂ 31 ਕਹਾਣੀਆਂ। ਇਹਨਾਂ 31 ਕਹਾਣੀਆਂ ਦੇ ਵਿਸ਼ਿਆਂ ਦੀ ਨਵੀਨਤਾ ਤੇ ਵਿਭਿੰਨਤਾ ਦੀ ਜੇ ਗੱਲ ਤੋਰੀ ਜਾਏ ਤਾਂ ਇਹ ਗੱਲ ਕਹਾਣੀ ਸੰਗ੍ਰਹਿ ਤੁਮ ਕਿਉਂ ਉਦਾਸ ਹੋ ਦੇ ਛਪਣ ਤੇ ਚਰਚਾ ਵਿੱਚ ਆਉਣ ਤੇ ਬਹੁਤ ਸਾਰੇ ਆਲੋਚਕਾਂ ਤੇ ਲੇਖਕਾਂ ਵੱਲੋਂ ਲਿਖੇ ਇਸ ਕਿਤਾਬ ਬਾਰੇ ਲੇਖਾਂ ਤੋਂ ਵੀ ਠੋਸ ਪ੍ਰਮਾਣ ਦੇ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ ਕਿ ਕੁਲਵੀਰ ਨੇ ਆਪਣੀਆਂ ਕਹਾਣੀਆਂ ਵਿੱਚ ਛੋਟੇ ਤੇ ਵੱਡੇ ਪਰਦੇ ਦੇ ਗਲੈਮਰ ਬਾਰੇ ਤੇ ਗਲੈਮਰ ਦੇ ਪਿੱਛੇ ਲੁਕੇ ਹਨੇਰਿਆਂ ਕੋਨਿਆਂ ਬਾਰੇ ਜੋ ਵਿਸ਼ੇ ਛੋਹੇ ਹਨ, ਉਹ ਪੰਜਾਬੀ ਸਾਹਿਤ ਜਗਤ ਵਿੱਚ ਪਹਿਲਾਂ ਨਹੀਂ ਸਨ ਛੋਹੇ ਗਏ। ਪ੍ਰਸਿੱਧ ਤੇ ਬੁੱਧੀਜੀਵੀ ਚਿੰਤਕ ਸ਼੍ਰੀ ਰਜਨੀਸ਼ ਬਹਾਦਰ ਜੀ ਨੇ ਕੁਲਵੀਰ ਬਿਡੇਸਰੋ ਦੀਆਂ ਕਹਾਣੀਆਂ ਬਾਰੇ ਲਿਖਿਆ ਸੀ। ਕੁਲਵੀਰ ਬਿਡੇਸਰੋ ਆਪਣੇ ਕਹਾਣੀ ਸੰਗ੍ਰਹਿ ਤੁਮ ਕਿਉਂ ਉਦਾਸ ਹੋ ਵਿੱਚ ਨਾਰੀ ਕਥਾਕਾਰਾਂ ਨਾਲੋਂ ਵੱਖਰੀ ਸੁਰ ਲੈ ਕੇ ਆਉਂਦੀ ਹੈ। ਉਸਦੀ ਇਸ ਵੱਖਰਤਾ ਦਾ ਆਧਾਰ ਉਸਦੇ ਜੀਵਨ ਅਨੁਭਵ ਵਿੱਚੋਂ ਆਪਣੀ ਹੋਂਦ ਗ੍ਰਹਿਣ ਕਰਦਾ ਹੈ। ਇਹ ਅਨੁਭਵ ਮਹਾਂਨਗਰੀ ਜੀਵਨ ਦੇ ਗਲੈਮਰ ਨਾਲ ਜੁੜਿਆ ਹੋਇਆ ਹੈ। ਉਹ ਗਲੈਮਰ ਦੀ ਬਾਤ ਨਹੀਂ ਪਾਉਂਦੀ, ਸਗੋਂ ਗਲੈਮਰ ਪਿੱਛੇ ਕੰਮ ਕਰਦੇ ਕਰੂਰ ਯਥਾਰਥ ਨੂੰ ਆਪਣੀ ਸਿਰਜਣਕਾਰੀ ਦਾ ਆਧਾਰ ਬਣਾਉਂਦੀ ਹੈ। ਉਸਦੀਆਂ ਕਹਾਣੀਆਂ ਵਿਚਲੀ ਬਿਰਤਾਂਤਕਾਰੀ ਵਿਧੀ ਬਹੁਤ ਵਿਲੱਖਣ ਹੈ। ਉਹ ਪਾਤਰਾਂ ਦੀ ਨਾਮਜ਼ਦਗੀ ਤੋਂ ਬਿਨਾਂ ਵੀ ਬਿਰਤਾਂਤ ਸਿਰਜਣ ਦੀ ਮਾਹਰ ਹੈ। ਯਾਦ ਰਹੇ, ਕੁਲਵੀਰ ਬਿਡੇਸਰੋ ਦੇ 2021 ਵਿੱਚ ਛਪੇ ਇਸ ਸੰਗ੍ਰਹਿ ਦੀਆਂ 11 ਕਹਾਣੀਆਂ ਕੁਲਵੀਰ ਬਿਡੇਸਰੋ ਦੀਆਂ 31 ਕਹਾਣੀਆਂ ਵਿੱਚ ਸ਼ਾਮਲ ਹਨ। ਇਸ ਸੰਗ੍ਰਹਿ ਵਿੱਚ ਛਪੀਆਂ 6 ਕਹਾਣੀਆਂ ਅਜਿਹੀਆਂ ਹਨ ਜਿਨ੍ਹਾਂ ਵਿੱਚ ਛੋਟੇ ਤੇ ਵੱਡੇ ਪਰਦੇ ਤੇ ਕੰਮ ਕਰਦੇ ਕਲਾਕਾਰਾਂ ਤੇ ਟੈਕਨੀਸ਼ੀਅਨਾਂ ਦੇ ਲੁਕੇ ਸੱਚ, ਦਰਦ ਤੇ ਉਹਨਾਂ ਨਾਲ ਹੁੰਦੀਆਂ ਜ਼ਿਆਦਤੀਆਂ ਨੂੰ ਬੇਨਕਾਬ ਹੁੰਦੇ ਵਿਖਾਇਆ ਹੈ, ਜੋ ਕਿ ਪ੍ਰੋਡਿਊਸਰਾਂ ਤੇ ਕਾਰਪੋਰੇਟ ਜਗਤ ਦੇ ਦੰਭ ਤੇ ਮਾਨਸਿਕ ਸੰਕੀਰਣਤਾ ਦੇ ਸ਼ਿਕਾਰ ਹਨ। ਇਸ ਦੀ ਮਿਸਾਲ ਹਨ ਕਹਾਣੀਆਂ ਮਜਬੂਰੀ ਤੇ ਆਕਰੋਸ਼, ਜਿਸ ਬਾਰੇ ਸਥਾਪਿਤ ਕਹਾਣੀਕਾਰ ਜਸਵੀਰ ਸਿੰਘ ਰਾਣਾ ਲਿਖਦੇ ਹਨ। ਫਿਲਮੀ ਦੁਨੀਆ ਨਾਲ ਵਾਹ-ਵਾਸਤਾ ਅਣਛੋਹੇ ਅਣਲਿਖੇ ਵਿਸ਼ੇ ਨੂੰ ਕੁਲਵੀਰ ਸਾਡੇ ਰੂਬਰੂ ਕਰਦੀ ਹੈ। ਉਸਦੀ ਕਹਾਣੀ ਮਜਬੂਰੀ ਦੀ ਮੁੱਖ ਪਾਤਰ ਨੀਤੀ ਸਵੈ ਦੀ ਹੋਂਦ ਤੇ ਹੋਣੀ ਦਾ ਮਾਰਮਿਕ ਕਥਾ ਬਿਰਤਾਂਤ ਪੇਸ਼ ਕਰਦੀ ਹੈ। ਸ਼ੂਟਿੰਗ ਦੌਰਾਨ ਤੇ ਸ਼ੂਟਿੰਗ ਤੋਂ ਪਹਿਲਾਂ ਤੇ ਬਾਅਦ ਵਿੱਚ ਉਹਨਾਂ ਦੀਆਂ ਕੀ ਆਰਥਿਕ, ਸਮਾਜਿਕ, ਮਨੋਵਿਗਿਆਨਕ, ਹੋਂਦ ਮੂਲਕ ਤੇ ਪ੍ਰੋਫੈਸ਼ਨਲ ਮਜਬੂਰੀਆਂ ਹੁੰਦੀਆਂ ਹਨ। ਨੀਤੀ ਦੇ ਹਵਾਲੇ ਨਾਲ ਕਹਾਣੀ ਉਹਨਾਂ ਦਾ ਅਣਛੋਹਿਆ ਕਥਾ ਪ੍ਰਬੰਧ ਸਥਾਪਿਤ ਕਰਦੀ ਹੈ। ਇਹ ਕੁਲਵੀਰ ਬਿਡੇਸਰੋ ਦੀ ਕਹਾਣੀ ਕਲਾ ਦਾ ਜਾਦੂ ਹੈ ਜੋ ਪੜ੍ਹਤਕਾਰ ਦੇ ਸਿਰ ਚੜ੍ਹ ਬੋਲਦਾ ਹੈ। ਕਹਾਣੀਆਂ ਵਿੱਚ ਮਹਾਂਨਗਰ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਡੇਲੀ ਸੋਪ ਸੀਰੀਅਲਾਂ ਬਾਰੇ ਜਾਣਕਾਰੀ ਤੇ ਉਹ ਵੀ ਸਰਕਾਰੀ ਤੇ ਪ੍ਰਾਈਵੇਟ ਚੈਨਲਾਂ ਤੇ ਪ੍ਰਸਾਰਿਤ ਹੋਣ ਵਾਲੇ ਰੋਜ਼ ਵਿਖਾਏ ਜਾਣ ਜਾਂਦੇ ਲੜੀਵਾਰ ਸੀਰੀਅਲਾਂ ਦੀ ਬਣਤਰ ਦਾ ਤੇ ਆਰਥਿਕ ਪੱਖੋਂ ਫਰਕ, ਸ਼ੂਟਿੰਗ ਦੀਆਂ ਲੋਕੇਸ਼ਨਜ਼, ਸਟੂਡੀਓਜ਼, ਉੱਥੋਂ ਤੱਕ ਪਹੁੰਚਣ ਦੀਆਂ ਦੁਸ਼ਵਾਰੀਆਂ, ਸੈੱਟ ਤੇ ਵਰਤੀ ਜਾਂਦੀ ਭਾਸ਼ਾ ਤੇ ਸ਼ਬਦ ਤੇ ਮੁਹਾਵਰੇ ਜੋ ਪੰਜਾਬੀ ਪਾਠਕਾਂ ਲਈ ਬਿਲਕੁਲ ਨਵੇਂ ਤੇ ਪੰਜਾਬੀ ਸਾਹਿਤ ਨੂੰ ਵਸੀਹ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਡਾਕਟਰ ਚੰਦਰ ਪ੍ਰਕਾਸ਼ ਅਨੁਸਾਰ ਨਵੀਂ ਸ਼ਬਦਾਵਲੀ, ਡੇਲੀ ਸੋਪ, ਆਫਰਡ ਪੈਕਅਪ, ਕਾਸਟਿੰਗ, ਡਬਲ ਲੁੱਕ, ਪਾਇਲਟ ਆਦਿ ਅਤੇ ਗਾਲਾਂ। ਸਾਲੀ ਰਾਤ को ठुकवाती है और अगले दिन सेट पे लेट आती है। साले चूतिए मुहावरे, दिमाग का दही होना, जिसका लुवान जलता है ना उसे पता होता है। कहानी मजबूरी तुम क्यों उदास हो आक्रोश। ਕਹਿਣਾ ਬਣਦਾ ਹੈ ਕਿ ਅਦਾਕਾਰੀ ਪਰਦੇ ਵਾਲੀ ਦੁਨੀਆਦਾਰੀ ਵਾਲੇ ਪਾਸਿਓਂ ਪੰਜਾਬੀ ਕਹਾਣੀ ਵਿੱਚ ਘੱਟ ਹੀ ਨੋਟਿਸ ਲਿਆ ਗਿਆ ਹੈ। ਵਿਸ਼ਿਆਂ ਦੀ ਨਵੀਨਤਾ ਪੰਜਾਬੀ ਕਹਾਣੀ ਦਾ ਹਾਸਲ ਬਣਦੀ ਹੈ। ਪ੍ਰੋਫੈਸਰ ਐਚ.ਐਸ. ਡਿੰਪਲ ਲਿਖਦੇ ਹਨ, ਹਿੰਦੀ ਸਿਨੇਮਾ ਜਾਂ ਟੀਵੀ ਜਗਤ ਬਾਰੇ ਆਪਣੇ ਸਿੱਧੇ ਅਨੁਭਵ ਦੇ ਆਧਾਰ ਤੇ ਲਿਖਣ ਵਾਲੀ ਸਾਡੇ ਕੋਲ ਇਕਲੌਤੀ ਕਥਾਕਾਰ ਕੁਲਵੀਰ ਬਿਡੇਸਰੋ ਹੈ, ਜਿਸ ਦੀਆਂ ਕਹਾਣੀਆਂ ਮਨੁੱਖੀ
ਜਿਸ ਦੀਆਂ ਕਹਾਣੀਆਂ ਮੁੰਬਈ ਜੀਵਨ ਸ਼ੈਲੀ ਦੇ ਫਿਲਮੀ ਪੱਖ 'ਤੇ ਸੂਖਮ ਝਾਤ ਪਵਾਉਂਦੀਆਂ ਹਨ। ਕੁਲਵੀਰ ਦੀ ਕਲਮ ਵਿੱਚ ਲੋੜੇ ਦਾ ਬਹਾਓ ਇੱਕ ਅਲੌਕਿਕ ਤਿਲਿਸਮ ਸਿਰਜਦਾ ਹੈ ਜੋ ਉਸਦੇ ਸਿੱਧੇ ਫਿਲਮੀ ਤੇ ਟੀਵੀ ਜਗਤ ਦੇ ਅਨੁਭਵ, ਕਥਾ ਜਗਤ ਦੀ ਸਮਝ ਅਤੇ ਪੰਜਾਬੀ ਬੋਲੀ 'ਤੇ ਹਾਸਲ ਅਬੂਰ ਕਰਕੇ ਹੈ। ਕੁਲਵੀਰ ਬਿਡੇਸਰੋ ਦੀਆਂ 31 ਕਹਾਣੀਆਂ ਵਿੱਚ ਗਲੈਮਰ ਸਿਨੇਮਾ, ਟੀਵੀ ਸੀਰੀਅਲਾਂ ਦੇ ਸਿਲਵਰ ਸਕਰੀਨ ਤੋਂ ਲੈ ਕੇ ਛੋਟੇ ਪਰਦੇ ਨਾਲ ਜੁੜੀਆਂ ਕੁਲਵੀਰ ਦੀਆਂ ਜ਼ਿਕਰਯੋਗ 6 ਕਹਾਣੀਆਂ ਹਨ। ਕਦੋਂ ਆਏਗੀ ਤੁਮ ਕਿਉਂ ਉਦਾਸ ਹੋ, ਮਜਬੂਰੀ, ਆਕਰੋਸ਼ ਅਤੇ ਬਕ-ਬਕ। ਇਹਨਾਂ ਉਪਰੋਕਤ ਕਹਾਣੀਆਂ ਬਾਰੇ ਸੂਝਵਾਨ ਚਿੰਤਕ ਸ਼੍ਰੀ ਨਿਰੰਜਨ ਬੋਹਾ ਜੀ ਦੇ ਵੀ ਉਹੀ ਵਿਚਾਰ ਹਨ ਜੋ ਇਹਨਾਂ ਕਹਾਣੀਆਂ ਦੇ ਵਿਸ਼ਿਆਂ ਦੀ ਨਵੀਨਤਾ ਦੀ ਰਾਏ ਨੂੰ ਪੁਖਤਾ ਕਰਦੇ ਹਨ। ਮੁੰਬਈ ਦੀ ਫਿਲਮੀ ਨਗਰੀ ਦਾ ਬਾਹਰੀ ਜਲੌ ਤੇ ਗਲੈਮਰ ਨੌਜਵਾਨ ਵਰਗ ਲਈ ਮਿਕਨਾਤੀਸੀ ਖਿੱਚ ਰੱਖਦੇ ਹਨ, ਪਰ ਇਹ ਨਗਰੀ ਅੰਦਰੋਂ ਕਿੰਨੀ ਗੈਰ ਕੁਦਰਤੀ, ਗੈਰ ਇਖਲਾਕੀ ਤੇ ਗੈਰ ਮਾਨਵੀ ਹੈ, ਇਹ ਕੇਵਲ ਉਹ ਜਾਣਦਾ ਹੈ ਜਿਸਦਾ ਇਸ ਨਾਲ ਨੇੜਿਓਂ ਵਾਹ ਪਿਆ ਹੈ। ਸਮਕਾਲ ਦੇ ਪੰਜਾਬੀ ਸਾਹਿਤ 'ਚ ਅਜਿਹੀਆਂ ਲਿਖਤਾਂ ਦੀ ਬਹੁਤ ਘਾਟ ਹੈ ਜੋ ਇਸ ਗਲੈਮਰੀ ਦੁਨੀਆ ਦੀ ਬਾਹਰੀ ਤੇ ਅੰਤਰੀਵੀ ਵਾਸਤਵਿਕਤਾ ਨੂੰ ਸਜੀਵ ਰੂਪ ਵਿੱਚ ਰੂਪਮਾਨ ਕਰਦੀਆਂ ਹਨ। ਮੁੰਬਈ ਰਹਿੰਦੀ ਸਾਡੀ ਕਥਾਕਾਰ ਕੁਲਵੀਰ ਬਿਡੇਸਰੋ ਨੇ ਇਸ ਵਿਸ਼ੇ 'ਤੇ ਕੁਝ ਬੇਬਾਕ ਸੁਰ ਦੀਆਂ ਕਹਾਣੀਆਂ ਲਿਖ ਕੇ ਵਿਸ਼ਿਆਂ ਦੀ ਮੌਲਿਕਤਾ ਤੇ ਵਿਭਿੰਨਤਾ ਪੱਖੋਂ ਪੰਜਾਬੀ ਕਹਾਣੀ ਨੂੰ ਨਵਾਂ ਵਿਸਥਾਰ ਦਿੱਤਾ ਹੈ। ਸਕੀਰਤ ਹੋਰੀ ਲਿਖਦੇ ਹਨ, ਕੁਲਵੀਰ ਕੋਲ ਆਪਣੇ ਵੱਖਰੇ ਤਜਰਬੇ ਦੇ ਆਧਾਰ 'ਤੇ ਕਹਿਣ ਲਈ ਕੁਝ ਨਿਵੇਕਲਾ ਹੈ ਤੇ ਉਹਨਾਂ ਨੂੰ ਪੇਸ਼ ਕਰਨ ਦੀ ਸਮਰੱਥਾ ਵੀ। ਕਹਾਣੀ ਧਾਰਾ ਅਪ੍ਰੈਲ ਜੂਨ 2021 ਵਿੱਚ ਜਦ ਕੁਲਵੀਰ ਬਿਡੇਸਰੋ ਦੀ ਕਹਾਣੀ ਮਜਬੂਰੀ ਜੋ ਕਿ ਟੀਵੀ ਸੀਰੀਅਲਾਂ ਦੀ ਪਿੱਠਭੂਮੀ ਨੂੰ ਮੱਦੇਨਜ਼ਰ ਰੱਖ ਕੇ ਲਿਖੀ ਗਈ ਕਹਾਣੀ ਹੈ ਛਪੀ ਤਾਂ ਕਰਵਾਲ ਕਜ਼ਾਕ ਲਿਖਿਆ। ਕਹਾਣੀ ਮਜਬੂਰੀ ਪੜ੍ਹੀ ਇੱਕ ਫਿਲਮ ਤੇ ਟੀਵੀ ਕਲਾਕਾਰ ਦਾ ਮਾਰਮਿਕ ਦੁਖਾਂਤ, ਭਾਸ਼ਾ ਤੇ ਕਮਾਲ, ਕਲਾਈਮੈਕਸ ਦਿਲ ਨੂੰ ਛੂਹਣ ਵਾਲਾ। ਐਸੇ ਵਿਸ਼ਿਆਂ 'ਤੇ ਪੰਜਾਬੀ 'ਚ ਬਹੁਤ ਘੱਟ ਕਹਾਣੀਆਂ ਹਨ। ਉਪਰੋਕਤ ਟਿੱਪਣੀ ਨੂੰ ਬਲਵੀਰ ਕੌਰ ਸੰਘੇੜਾ ਹੋਰੀ ਵੀ ਪੱਕਿਆ ਕੀਤਾ। ਇਹ ਲਿਖ ਕੇ ਮਜਬੂਰੀ ਕਹਾਣੀ ਨੇ ਇੰਡਸਟਰੀ ਦੇ ਅੰਦਰਲੇ ਕਰੂਰ ਭੇਦ ਖੋਲ੍ਹੇ ਹਨ ਜੋ ਦਰਦਨਾਕ ਵੀ ਹਨ ਤੇ ਕਲਾਕਾਰਾਂ ਵਾਸਤੇ ਚਿੰਤਾ ਦਾ ਵਿਸ਼ਾ ਵੀ। ਬਾਹਰਲਾ ਕੋਈ ਲੇਖਕ ਇਹ ਵਿਸ਼ਾ ਨਿਭਾ ਹੀ ਨਹੀਂ ਸੀ ਸਕਦਾ, ਨਿਵੇਕਲਾ ਵਿਸ਼ਾ ਤੇ ਨਿਭਾ। ਜਤਿੰਦਰ ਹਾਸ ਹੋਰੀ ਕਹਾਣੀ ਆਕਰੋਸ਼ ਬਾਰੇ ਲਿਖਦੇ ਹਨ, ਆਕਰੋਸ਼ ਬਹੁਤ ਪਿਆਰੀ ਕਹਾਣੀ ਹੈ। ਅਜਿਹੇ ਵਿਸ਼ੇ 'ਤੇ ਲਿਖਣ ਦੀ ਕੁਲਵੀਰ ਬਿਡੇਸਰੋ ਨੇ ਪਹਿਲ ਕੀਤੀ ਹੈ। ਕਹਾਣੀ ਦਾ ਅੰਤ ਕਮਾਲ ਹੈ। ਅਸਲ 'ਚ ਲੇਖਕਾਂ ਦੀਆਂ ਬਾਲੀਵੁੱਡ ਤੇ ਟੀਵੀ ਜਗਤ ਨਾਲ ਸੰਬੰਧਿਤ ਕਹਾਣੀਆਂ ਦੂਜੀਆਂ ਕਹਾਣੀਆਂ ਦੇ ਮੁਕਾਬਲੇ ਵੱਧ ਸਮਰੱਥਾ ਵਾਲੀਆਂ ਹਨ। ਇਸ ਬਾਰੇ ਕੁਲਦੀਪ ਸਿੰਘ ਬੇਦੀ ਹੋਰੀ ਵੀ ਲਿਖਦੇ ਹਨ, ਮਜਬੂਰੀ ਕਹਾਣੀ ਮੇਰੇ ਵਿਚਾਰ ਵਿੱਚ ਪਹਿਲੀ ਅਜਿਹੀ ਕਹਾਣੀ ਹੈ ਜੋ ਮੇਰੇ ਪੜ੍ਹਨ ਵਿੱਚ ਆਈ ਹੈ ਜੋ ਟੀਵੀ ਤੇ ਫਿਲਮੀ ਕਲਾਕਾਰਾਂ ਦਾ ਦੁਖਾਂਤਕ ਪੱਖ ਪੇਸ਼ ਕਰਦੀ ਹੈ। ਕਲਾਕਾਰ ਕਿਵੇਂ ਆਪਣੀ ਹਉਮੈ ਨੂੰ ਮਾਰ ਕੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਇੱਕ ਅਜਿਹੀ ਕਹਾਣੀ ਜੋ ਚਮਕ ਦਮਕ ਦੀ ਦੁਨੀਆ ਦਾ ਇਹ ਪੱਖ ਵੀ ਪੇਸ਼ ਕਰਦੀ ਹੈ। ਪੰਜਾਬੀ ਵਿੱਚ ਅਜਿਹੀ ਕਹਾਣੀ ਬਹੁਤ ਘੱਟ ਲਿਖੀ ਗਈ ਹੈ। ਕੁਲਵੀਰ ਬਿਡੇਸਰੋ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਉਸਨੇ ਸ਼ਿਲਪ ਤੇ ਕਥਾ ਬਿਰਤਾਂਤ ਸਿਰਜਣ ਲਈ ਨਵੇਂ ਤੇ ਸਫਲ ਤਜਰਬੇ ਕੀਤੇ ਹਨ। ਉਸਦੀ ਕਹਾਣੀ ਤੁਮ ਕਿਉਂ ਉਦਾਸ ਹੋ ਨੂੰ ਕੇਂਦਰ ਬਿੰਦੂ ਵਿੱਚ ਲੈ ਕੇ ਅਤਰਜੀਤ ਸੰਪਾਦਕ ਪਰਵਾਜ਼ ਲਿਖਦੇ ਹਨ, ਕੁਲਵੀਰ ਬਿਡੇਸਰੋ ਦੀ ਕਹਾਣੀ ਤੁਮ ਕਿਉਂ ਉਦਾਸ ਹੋ ਕਹਾਣੀ ਕਲਾ ਦੀ ਸਿਖਰ ਛੂਹੰਦੀ ਮਾਨਵਵਾਦੀ ਨਜ਼ਰੀਏ ਤੋਂ ਸਿਰਮੌਰ ਕਹਾਣੀ ਹੈ। ਅਸਲੋਂ ਨਵੀਂ ਸ਼ੈਲੀ ਵਿੱਚ ਨਿਵੇਕਲੇ ਵਿਸ਼ੇ ਲੈ ਕੇ ਪੰਜਾਬੀ ਦੇ ਕਹਾਣੀ ਸੰਸਾਰ ਵਿੱਚ ਕੁਲਵੀਰ ਬਿਡੇਸਰੋ ਨੇ ਉੱਚਾ ਮੁਕਾਮ ਹਾਸਲ ਕੀਤਾ ਹੈ। ਆਕਰੋਸ਼, ਬਕ-ਬਕ, ਮਜਬੂਰੀ ਕਹਾਣੀਆਂ ਫਿਲਮੀ ਸੰਸਾਰ ਵਿਚਲੇ ਉਤਰਾਅ ਚੜ੍ਹਾਅ, ਮੁਕਾਬਲੇਬਾਜ਼ੀ, ਚੁਸਤੀਆਂ, ਚਲਾਕੀਆਂ, ਮਜਬੂਰੀਆਂ, ਮਰਦ ਔਰਤ ਦੇ ਅਸਾਮੇ ਰਿਸ਼ਤਿਆਂ ਦੀਆਂ ਵਿਅੰਗ ਵੱਲ ਖਾਂਦੀਆਂ ਖਹਿਸ ਦੀਆਂ ਸੋਹਣੀਆਂ ਕਹਾਣੀਆਂ ਹਨ। ਕਦੋਂ ਆਏਗੀ ਕਹਾਣੀ ਵੀ ਉਸੇ ਵਿਸ਼ਿਆਂ ਦੀ ਨਵੀਨਤਾ ਦੀ ਲੀਹ 'ਤੇ ਤੁਰਦੀ ਅਗਲੀ ਕਹਾਣੀ ਹੈ ਜੋ ਟੀਵੀ ਦੇ ਪਰਦੇ 'ਤੇ ਰਾਜ ਕਰਦਾ ਉਹ ਡਾਇਰੈਕਟਰ ਜੋ ਸਟਰਗਲਰ ਐਕਟਰੈਸ ਦੇ ਦਿਲੋਂ ਦਿਮਾਗ 'ਤੇ ਵੀ ਰਾਜ ਕਰਨ ਲੱਗ ਪਿਆ ਸੀ, ਜਿਸ ਨੂੰ ਉਹ ਆਪਣਾ ਆਦਰਸ਼, ਆਪਣਾ ਇਸ਼ਟ ਮੰਨ ਲੈਂਦੀ ਤੇ ਇਸ ਬਾਰੇ ਉਸਨੂੰ ਲੱਗਦਾ ਹੈ ਕਿ ਉਸਦੇ ਬਣਦੇ ਵਿਗੜਦੇ ਕੈਰੀਅਰ ਦੀ ਆਖਰੀ ਡੋਰ ਸ਼ਾਇਦ ਉਹਦੇ ਹੱਥ ਹੀ ਹੋਵੇ। ਪਰ ਜਦ ਉਸ ਨਾਲ ਹੋਈ ਮੁਲਾਕਾਤ ਉਸਦੀ ਉਸ ਡਾਇਰੈਕਟਰ ਪ੍ਰੋਡਿਊਸਰ ਪ੍ਰਤੀ ਤਿਲਿਸਮੀ ਕਸ਼ਿਸ਼ ਤੇ ਇਬਾਦਤ ਨੂੰ ਧੜਕਾਉਂਦੀ ਹੈ। ਉਸ ਅਚੰਭੇ ਨੂੰ ਕੁਲਵੀਰ ਜਿਸ ਰੌਚਕ ਢੰਗ ਨਾਲ ਬਿਆਨਦੀ ਹੈ ਉਹ ਪਾਠਕਾਂ ਨੂੰ ਵੀ ਹੱਕਾ ਬੱਕਾ ਕਰ ਦਿੰਦੀ ਹੈ। ਕੰਮ ਤੋਂ ਪਹਿਲਾਂ ਘੁੰਮਣ ਚੱਲੇਂਗੀ? ਉਹ ਕੁਝ ਚਿਰ ਖਾਮੋਸ਼ ਰਿਹਾ ਸੀ, ਫਿਰ ਬੋਲਿਆ ਸੀ। ਹੱਥ 'ਚ ਫੜੀ ਸਿਗਰਟ ਐਸ਼-ਟਰੇ 'ਚ ਬੁਝਾਈ ਤੇ ਉਸਦੀ ਮੁਸਕਰਾਹਟ ਹੋਰ ਵੀ ਗਹਿਰੀ ਹੋ ਗਈ ਸੀ। ਨੀਮਾ ਦਾ ਦਿਲ ਜ਼ੋਰ ਨਾਲ ਧੜਕਿਆ, ਇੰਨੇ ਜ਼ੋਰ ਨਾਲ ਕਿ ਉਹ ਆਪਣੇ ਦਿਲ ਦੀ ਧੜਕਣ ਸੁਣ ਸਕਦੀ ਸੀ। ਚੱਲੇਂਗੀ? ਹੂੰ। ਗਹਿਰੀ, ਮੋਟੀ, ਸੈਕਸੀ ਹੂੰ ਤੇ ਇੱਕ ਸਵਾਲ, ਕਿਉਂ? ਆਵਾਜ਼ ਉਸਦੇ ਗਲੇ 'ਚ ਹੀ ਫਸ ਗਈ। ਹੋਰ ਕੁਝ ਸੁੱਝਿਆ ਹੀ ਨਹੀਂ ਸੀ ਕਿ ਕੀ ਕਹੇ। ਖਾਣਾ ਖਾਵਾਂਗੇ ਇਕੱਠੇ, ਫਿਰ ਜੋ ਤੂੰ ਕਹੇਂਗੀ। ਉਹ ਮੁਸਕਰਾਇਆ। ਮੁਸਕਰਾਉਣ ਨਾਲ ਉਸਦੀਆਂ ਅੱਖਾਂ 'ਚ ਹੋਰ ਨਸ਼ਾ ਛਾ ਗਿਆ ਸੀ। ਰਾਤ ਰਹੀ, ਸਵੇਰੇ ਚਲੀ ਜਾਈਂ।
ਉਸਨੇ ਆਪਣੇ ਸੰਘਣੇ ਘਣੇ ਵਾਲਾਂ ਨੂੰ ਸੱਜੇ ਹੱਥ ਨਾਲ ਝਟਕਾ ਦਿੱਤਾ, ਨਵੀਂ ਸਿਗਰਟ ਸੁਲਗਾਈ ਤੇ ਹੋਠਾਂ 'ਚ ਰੱਖ ਲਈ। ਮੁਸਕਰਾਹਟ ਹੋਰ ਫੈਲਦੀ ਜਾ ਰਹੀ ਸੀ। ਅੱਖਾਂ ਹੋਰ ਵੀ ਬੰਦ ਹੋਈ ਜਾ ਰਹੀਆਂ ਸਨ। ਉਹ ਸ਼ਖਸ ਜਿਸਦੀ ਉਹ ਫੈਨ ਸੀ, ਜਿਸਦੇ ਸੀਰੀਅਲ ਵਰ੍ਹਿਆਂ ਤੋਂ ਟੀਵੀ 'ਤੇ ਜਾਦੂ ਜਗਾਉਂਦੇ ਆ ਰਹੇ ਸਨ, ਜਿਸਦੇ ਸੀਰੀਅਲ ਦੀ ਮੋਨਟਾਜ ਦੀ ਗੂੰਜ ਉਸਨੂੰ ਪਾਗਲ ਕਰਦੀ ਆ ਰਹੀ ਸੀ, ਉਹ ਡਾਇਰੈਕਟਰ ਉਸਦੇ ਸਾਹਮਣੇ ਕੁਝ ਹੀ ਫੁੱਟ ਦੀ ਦੂਰੀ 'ਤੇ ਬੈਠਾ ਸੀ ਤੇ ਉਸ ਤੋਂ ਉਸੇ ਤਰ੍ਹਾਂ ਦੀ ਬੇਹੂਦਾ ਘਟੀਆ ਸਵਾਲ ਪੁੱਛ ਰਿਹਾ ਸੀ ਜਿਵੇਂ ਹੋਰ ਪੁੱਛਦੇ ਹਨ। ਭਾਵੇਂ ਕੁਝ ਸਾਲਾਂ ਤੋਂ ਮੀ ਟੂ ਦੀ ਲਹਿਰ ਫਿਲਮੀ ਦੁਨੀਆ ਵਿੱਚ ਆ ਜਾਣ ਕਾਰਨ ਕਲਾਕਾਰਾਂ ਦਾ ਸ਼ੋਸ਼ਣ ਦਾ ਭੈਅ ਘਟ ਚੁੱਕਾ ਹੈ, ਪਰ ਅੰਦਰ ਖਾਤੇ ਹੁੰਦੀਆਂ ਗੁਸਤਾਖੀਆਂ ਨੂੰ ਲੇਖਕਾਂ ਨੇ ਜਿੱਥੇ ਕਦੋਂ ਆਏਗੀ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਫਿਲਮੀ ਦੁਨੀਆ ਨਾਲ ਜੁੜੀ ਇੱਕ ਹੋਰ ਕਹਾਣੀ ਤੂੰ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ, ਜਿਸ ਵਿੱਚ ਸ਼ੋਸ਼ਣ ਨਹੀਂ ਪਰ ਮਨੁੱਖੀ ਭਾਵਨਾਵਾਂ ਤੇ ਮ੍ਰਿਗ ਤ੍ਰਿਸ਼ਨਾ ਦਾ ਭਰਮ ਕੁਝ ਇਸ ਤਰ੍ਹਾਂ ਟੁੱਟਦਾ ਵਿਖਾਇਆ ਹੈ ਕਿ ਕਹਾਣੀ ਦੇ ਮੁੱਖ ਨਾਇਕ ਦੇ ਨਾਲ ਨਾਲ ਪਾਠਕ ਵੀ ਖਾਲੀ ਜਿਹਾ ਹੋ ਗਿਆ ਮਹਿਸੂਸ ਕਰਦਾ ਹੈ। ਮੈਂ ਪੌੜੀਆਂ ਉਤਰਨ ਲੱਗਾ। ਹਰ ਪੌੜਾ ਉਤਰਦਿਆਂ ਲੱਗ ਰਿਹਾ ਸੀ ਮੈਂ ਖਾਲੀ ਹੁੰਦਾ ਜਾ ਰਿਹਾ ਸਾਂ। ਫਿਲਮੀ ਜਗਤ ਨਾਲ ਜੁੜੀ ਅਗਲੀ ਕਹਾਣੀ ਵੱਖ-ਵੱਖ ਵਿਸ਼ੇ ਪੱਖੋਂ ਇਸ ਲਈ ਨਵੀਨ ਹੈ ਕਿਉਂਕਿ ਇਸ ਕਹਾਣੀ ਵਿੱਚ ਸ਼ੂਟਿੰਗ ਦੇ ਵੇਰਵੇ, ਲੋਕੇਸ਼ਨ, ਸਟੂਡੀਓ, ਕਾਸਟਿਊਮ, ਸੀਰੀਅਲਾਂ ਵਿੱਚ ਕੰਮ ਕਰਨ ਦਾ ਮਿਹਨਤਾਨਾ, ਮਹਾਨਗਰਾਂ 'ਚ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਣ ਦੀਆਂ ਮੁਸ਼ਕਲਾਂ ਦੇ ਮਹੀਨ ਦ੍ਰਿਸ਼ ਬਹੁਤ ਖੂਬਸੂਰਤੀ ਤੇ ਦਿਲਚਸਪ ਢੰਗ ਨਾਲ ਦਰਸਾਏ ਹਨ। ਪਰ ਇੱਥੇ ਇੱਕ ਗੱਲ ਕੁਲਵੀਰ ਦੀਆਂ ਕਹਾਣੀਆਂ ਬਾਰੇ ਕਹਿਣੀ ਇਸ ਲਈ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਉਸਦੀਆਂ ਕਹਾਣੀਆਂ ਵਿੱਚ ਇੱਕ ਮੁੱਖ ਵਿਸ਼ਾ ਹੁੰਦਾ ਹੈ, ਪਰ ਉਸਦੇ ਨਾਲ ਹੀ ਕੁਝ ਉਪ ਵਿਸ਼ੇ ਵੀ ਹੁੰਦੇ ਹਨ। ਕਈ ਵਾਰ ਤਾਂ ਇੱਕ ਤੋਂ ਵੀ ਵੱਧ। ਇਹ ਵਰਤਾਰਾ ਵੱਖ-ਵੱਖ ਤੁਮ ਕਿਉਂ ਉਦਾਸ ਹੋ, ਰੱਬ ਝੂਠ ਨਾ ਬੁਲਾਵੇ, ਮਜਬੂਰੀ ਆਦਿ ਕਹਾਣੀਆਂ ਵਿੱਚ ਵੇਖਣ ਨੂੰ ਮਿਲਦਾ ਹੈ। ਜਿਵੇਂ ਵੱਖ-ਵੱਖ ਕਹਾਣੀ ਵਿੱਚ ਜਿੱਥੇ ਮੁੱਖ ਵਿਸ਼ਾ ਹੈ ਸ਼ੂਟਿੰਗ ਦੀ ਲੋਕੇਸ਼ਨ 'ਤੇ ਆਉਣ ਜਾਣ ਲਈ ਸਹੀ ਡਰਾਈਵਰ ਦੀ ਚੋਣ, ਪਰ ਦੂਜਾ ਉਪ ਵਿਸ਼ਾ ਇਸ ਕਹਾਣੀ ਵਿੱਚ ਕਰੋਨਾ ਦੀ ਮਹਾਮਾਰੀ ਨਾਲ ਜੂਝਦੇ ਆਮ ਵਰਕਰ ਕਲਾਸ ਨਾਲ ਸੰਬੰਧਿਤ ਕਾਮੇ ਮੱਧ ਸ਼੍ਰੇਣੀ ਦੇ ਉਹ ਨੌਕਰੀ ਪੇਸ਼ਾ ਲੋਕ ਜੋ ਨੌਕਰੀਆਂ ਤੋਂ ਹੱਥ ਧੋ ਬੈਠੇ ਸਨ। ਇਹਨਾਂ ਸਭ ਦਾ ਮੁੜ ਆਪਣੀਆਂ ਜੱਦੀ ਥਾਵਾਂ ਵੱਲ ਮੁੜਨ ਦਾ ਦੁਖਾਂਤ ਤੇ ਮਾਨਵਤਾ ਦਾ ਸੁਨੇਹਾ ਕੋਈ ਹਰਿਆ ਬੂਟ ਹਰਿਓਰੀ ਬਣ ਕੇ ਪ੍ਰਗਟ ਹੁੰਦਾ ਹੈ। ਜਦ ਡਰਾਈਵਰ ਦੀ ਵੱਖ-ਵੱਖ ਕਰਨ ਦੀ ਆਦਤ ਤੋਂ ਪਰੇਸ਼ਾਨ ਨਾਇਕਾ ਉਸ ਤੋਂ ਖਿਝੀ ਖਪੀ ਰਹਿੰਦੀ ਹੈ ਤੇ ਅੰਦਰ ਖਾਤੇ ਉਸਨੂੰ ਨੌਕਰੀ ਤੋਂ ਕੱਢਣ ਦੀਆਂ ਸਕੀਮਾਂ ਸੋਚਦੀ ਹੈ, ਪਰ ਉਸਦਾ ਫੋਨ ਕਰਕੇ ਇਹ ਕਹਿਣਾ, ਅਰੇ ਮੈਡਮ ਜੀ, ਹਮ ਇਸ लिए फ़ोन किया हूँ कि आप घबराना मत, जहाँ काम बंद हो गया है ते क्या हुआ, आप जरा भी नहीं घबराना, हम जानता हूँ आप अकेली औरत हो जो 2 बेटियों को पाल रही हो। अब साहब होते, मेरा मतलब है कि बेटियों के पिता होते तो वो चिंता करते, थोड़े ना आपको चिंता करनी पड़ती और हमें भी चिंता करने की ज़रूरत ना पड़ती। भाई अब हम तो मन ही मन आपको अपनी छोटी बहन मान चुका हूँ, सो अब चिंता मत करना, हम हूँ, कुछ दिन देख लो, काम धंधा शुरू नहीं हुआ तो क्या बात ना है, हम हमरे गाँव चले जाएंगे, हम हमारी बीवी, हमारी 2 बेटियाँ, आप और आपकी 2 बेटियाँ सब हमरे गाँव चल पड़ेंगे। वहाँ हमारे हिस्से में 2 खेत आते हैं, हम खेती कर लूँगा मैडम जी, और हम आपको और आपकी बेटियों को भूखा नहीं मरने दूँगा। आप मसूर के दाने जितनी भी चिंता मत करना, हम हूँ ना। ਤੇ ਕਹਾਣੀ ਦਾ ਇਹ ਵਿਸਫੋਟਕ ਅੰਤ ਕਹਾਣੀ ਦੇ ਵਿਸ਼ੇ ਨੂੰ ਨਵੀਨ ਤੇ ਸਫਲ ਬਣਾਉਂਦਾ ਹੈ। ਨਵੀਨਤਾ ਤੋਂ ਇਲਾਵਾ ਕੁਲਵੀਰ ਬਡੈਸਰੋ ਦੀਆਂ ਕਹਾਣੀਆਂ ਵਿੱਚ ਵਿਭਿੰਨਤਾ ਵੇਖਣ ਨੂੰ ਮਿਲਦੀ ਹੈ। ਜਿੱਥੇ ਉਹ ਹਾਸ਼ੀਏ 'ਤੇ ਖੜ੍ਹੇ ਵਰਗ ਦੇ ਮਨਾਂ ਦੀ ਬਾਤ ਪਾਉਂਦੀ ਹੈ, ਕਹਾਣੀ ਤੁਮ ਕਿਉਂ ਉਦਾਸ ਹੋ, ਉੱਥੇ ਔਰਤ ਮਨ ਮਾਨਸਿਕਤਾ ਦੀ ਉਦਾਸੀ ਦੀ, ਰਿਸ਼ਤਿਆਂ ਦੀ ਟੁੱਟ ਭੱਜ, ਕੁੜੱਤਣ ਉਲਝਣ ਨੂੰ ਵੀ ਬਿਆਨਦੀ ਹੈ। ਡਾਕਟਰ ਹਰਿੰਦਰ ਸਿੰਘ ਕੁਲਵੀਰ ਬਡੈਸਰੋ ਦੀਆਂ ਔਰਤ ਮਨ ਦੀਆਂ ਬਾਤਾਂ ਪਾਉਂਦੀਆਂ ਕਹਾਣੀਆਂ ਬਾਰੇ ਬੜੀ ਸਟੀਕ ਰਾਏ ਦਿੰਦੇ ਹਨ। ਉਹ ਲਿਖਦੇ ਹਨ, ਕਹਾਣੀਆਂ ਵਿੱਚ ਔਰਤ ਦੀ ਵੇਦਨਾ ਦੇ ਅਨੇਕਾਂ ਪਸਾਰ ਸਾਹਮਣੇ ਆਉਂਦੇ ਹਨ। ਕੁਲਵੀਰ ਬਡੈਸਰੋ ਨੇ ਔਰਤ ਹੋਣ ਦੇ ਨਾਤੇ ਇਹਨਾਂ ਭਾਵਾਂ ਨੂੰ ਯਥਾਰਥਕ ਜ਼ੁਬਾਨ ਦਿੱਤੀ ਹੈ। ਇਕਾਲਤਾ ਦਾ ਸੰਤਾਪ ਹੰਢਾ ਰਹੀ ਬਡੈਸਰੋ ਦੀ ਨਾਰੀ ਅਬੋਲ ਹੋਣ ਦੇ ਬਾਵਜੂਦ ਅਡੋਲ ਤੇ ਅਟੁੱਟ ਹੈ। ਮਰਦ ਵੱਲੋਂ ਤਿਰਸਕਾਰੇ ਤੇ ਅਸਵੀਕਾਰੇ ਜਾਣ ਤੇ ਪ੍ਰਸਥਿਤੀਆਂ ਅੱਗੇ ਹਾਰ ਮੰਨ ਲੈਣ ਦੀ ਥਾਂ ਉਹ ਆਪਣੇ ਆਪ ਨੂੰ ਸਥਾਪਿਤ ਕਰਦੀ ਹੈ। ਸਕੂਲ ਟ੍ਰਿਪ ਦੀ ਅੰਜਲੀ ਫਿਰ ਕਹਾਣੀ ਦੀ ਮੁੱਖ ਪਾਤਰ, ਮਾਂ ਨੀ ਕਹਾਣੀ ਦੀ ਮਾਂ, ਭੈਣ ਜੀ ਕਹਾਣੀ ਦੀ ਬਿਰਤਾਂਤਕਰਤਾ, ਆਕਰੋਸ਼ ਕਹਾਣੀ ਦੀ ਨਾਇਕਾ, ਬਕ-ਬਕ ਕਹਾਣੀ ਦੀ ਨਾਇਕਾ, 2 ਔਰਤਾਂ ਦੀ ਸੁਖਬੀਰ, ਮਜਬੂਰੀ ਕਹਾਣੀ ਦੀ ਨੀਤੀ ਆਦਿ ਸਭ ਔਰਤਾਂ ਇਸੇ ਪੱਖ ਤੋਂ ਚੜ੍ਹਦੀ ਕਲਾ ਵਾਲੀ ਨਾਰੀ ਵਜੋਂ ਪੇਸ਼ ਹੋਈਆਂ ਹਨ। ਮਾਂ ਨੀ ਕਹਾਣੀ ਵਿੱਚ ਬੇਸ਼ੱਕ ਬਿਰਤਾਂਤਕਾਰ ਦੀ ਮਾਂ ਹਰ ਪੱਖ ਤੋਂ ਤਰਸ ਦੀ ਪਾਤਰ ਬਣੀ ਹੋਈ ਜਾਪਦੀ ਹੈ, ਪਰ ਇਸ ਦੇ ਬਾਵਜੂਦ
ਉਸ ਵਿੱਚ ਇੱਕ ਖਾਸ ਕਿਸਮ ਦੀ ਖੁਦਦਾਰੀ ਨਜ਼ਰ ਆਉਂਦੀ ਹੈ। ਡਾਕਟਰ ਹਰਿੰਦਰ ਸਿੰਘ ਹੋਰਾਂ ਦੀ ਉਪਰੋਕਤ ਟਿੱਪਣੀ ਨੂੰ ਹੀ ਪੁਖਤਾ ਕਰਦੀ ਹੈ ਕਹਾਣੀ ਬਾਹਰਲੀ ਬੈਠਕ ਦੀ ਨਾਇਕਾ ਤਾਰੋ, ਜੋ ਦੱਬੀ ਕੁਚਲੀ ਹੋਣ ਦੇ ਬਾਵਜੂਦ ਦੱਬਣਾ ਨਹੀਂ ਚਾਹੁੰਦੀ, ਸਗੋਂ ਇੱਕ ਪਰੰਪਰਾ ਵਿਰੋਧੀ ਵਿਦਰੋਹੀ ਫੈਸਲਾ ਅਪਣਾਉਂਦੀ ਹੈ। ਇਹੋ ਜਿਹਾ ਹੀ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਲਾ ਰਾਹ ਅਪਣਾਉਂਦੀ ਹੈ ਕਹਾਣੀ ਮੇਰਾ ਘਰ ਦੀ ਨਾਇਕਾ, ਇੱਕ ਅਜਿਹੀ ਕਹਾਣੀ ਜਿਸ ਵਿੱਚ ਲੇਖਕ ਘਰ ਦਾ ਇੱਕ ਵਿਭਿੰਨ ਸੰਕਲਪ ਪੇਸ਼ ਕਰਦੀ ਹੈ, ਇਸ ਭਾਵਨਾ ਦਾ ਸੰਚਾਰ ਕਿ ਜਿਹੜੀ ਥਾਂ ਸਵੈ ਇੱਛਾ ਨਾਲ ਵਿਚਰਨ ਦੀ ਭੁੱਖ ਤ੍ਰਿਪਤ ਕਰਦੀ ਹੋਵੇ, ਉਹ ਥਾਂ ਘਰ ਹੈ, ਭਾਵੇਂ ਹੋਸਟਲ ਦਾ ਕਮਰਾ ਹੀ ਕਿਉਂ ਨਾ ਹੋਵੇ। ਇੱਕ ਖਤ ਪਾਪਾ ਦੇ ਨਾਂ ਦੀ ਨਾਇਕਾ ਭਾਵੇਂ ਆਪਣੇ ਪਾਪਾ ਨੂੰ ਲੰਬਾ ਖਤ ਲਿਖ ਕੇ ਆਪਣੇ ਮਨ ਦੀ ਭੜਾਸ, ਆਪਣੇ ਦੁੱਖਾਂ ਦਰਦਾਂ ਦੀ ਸੰਤਾਪ ਨੂੰ ਬਿਆਨਦੀ ਹੈ, ਪਰ ਉਹ ਸਿਰਫ ਉਸਦੇ ਮਨ ਦਾ ਕਥਾਰਸਿਸ ਸੀ। ਉਸ ਚੇਤ ਰੂਪ 'ਚ ਉਸ ਖਤ ਨੂੰ ਪੋਸਟ ਨਾ ਕਰਨ ਦੇ ਫੈਸਲੇ ਨਾਲ ਮੁੜ ਆਪਣੇ ਸੰਤਾਪ ਤੋਂ ਉੱਪਰ ਉੱਠ ਜਾਂਦੀ ਹੈ। ਕੁਲਵੀਰ ਕੋਲ ਵਿਸ਼ਿਆਂ ਦੀ ਵਿਭਿੰਨਤਾ, ਉਹਨਾਂ ਦੇ ਪਿਛੋਕੜ ਬਾਰੇ ਪ੍ਰਚੰਡ ਗਿਆਨ, ਹਰ ਵਿਸ਼ੇ ਦੀਆਂ ਸਮਾਜਿਕ ਤੇ ਸੱਭਿਆਚਾਰਕ ਜੜ੍ਹਾਂ ਦੀ ਪਛਾਣ, ਰਸੀ ਹੋਈ ਭਾਸ਼ਾ ਤੇ ਸ਼ੈਲੀ ਦੀ ਪਰਪੱਕਤਾ ਵੀ ਹੈ। ਗੱਡੀ ਦੇ ਡੱਬੇ, ਕਰਜ਼, ਬਨਵਾਸ, ਭਟਕਣ, ਵਿਚਾਰੀ, ਰੱਬ ਝੂਠ ਨਾ ਬੁਲਾਵੇ, ਇਹ ਵੀ ਸੱਚ ਹੈ। ਮਾਂ, ਮਿਸਿਜ਼ ਮੈਨਾ ਇਸ ਉਪਰੋਕਤ ਕਥਨ ਦੀ ਪ੍ਰੋੜਤਾ ਕਰਨ ਵਾਲੀਆਂ ਕਹਾਣੀਆਂ ਹਨ, ਕਿਉਂਕਿ ਗੱਡੀ ਦੇ ਡੱਬੇ ਵਿੱਚ ਜਿੱਥੇ ਇੱਕ ਛੋਟੇ ਕਸਬੇ ਤੋਂ ਵੱਡੇ ਸ਼ਹਿਰ ਵੱਲ ਜਾਂਦੀ ਗੱਡੀ ਵਿੱਚ ਜਨਰਲ ਡੱਬਿਆਂ 'ਚ ਸਫ਼ਰ ਕਰਨ ਵਾਲੇ ਮੱਧ ਸ਼੍ਰੇਣੀ ਦੇ ਲੋਕਾਂ ਦੀ ਰੋਜ਼ਮर्रा ਦੀ ਜ਼ਿੰਦਗੀ ਨਾਲ ਜੁੜੇ ਸਰੋਕਾਰਾਂ ਦੀਆਂ ਗੱਲਾਂ ਹਨ, ਉੱਥੇ ਰੱਬ ਝੂਠ ਨਾ ਬੁਲਾਵੇ ਵਿੱਚ ਕਿਰਾਏ 'ਤੇ ਰਹਿਣ ਦੀਆਂ ਦੁਸ਼ਵਾਰੀਆਂ ਦੇ ਨਾਲ-ਨਾਲ ਸ਼ਹਿਰੀ ਮੁਹੱਲਿਆਂ 'ਚ ਰਹਿੰਦੇ ਲੋਕਾਂ ਦਾ ਸਵਾਰਥੀਪਨ ਤੇ ਦੰਭ ਉੱਭਰਦਾ ਹੈ। ਸ਼ਹਿਰੀ ਜੀਵਨ ਦੇ ਅਡੰਬਰ ਤੇ ਦੋਗਲੇਪਨ ਦੀ ਨੀਤੀ ਨੂੰ ਦਰਸਾਉਂਦੀ ਕਹਾਣੀ ਮਿਸਿਜ਼ ਮੈਨਾ ਹੈ। ਉੱਥੇ ਹੀ ਇੱਕ ਛੋਟੇ ਸ਼ਹਿਰ 'ਚ ਨੌਕਰੀ ਪੇਸ਼ਾ, ਵਿਆਹ ਦੀ ਉਮਰ ਪਾਰ ਕਰ ਚੁੱਕੀ, ਵਿਆਹ ਦੇ ਸੁਪਨੇ ਵੇਖਣ ਵਾਲੀ ਪਰ ਮੂੰਹੋਂ ਨਾ ਕੁਸਕਣ ਵਾਲੀ ਨਾਇਕਾ ਆਪਣੀ ਮਾਂ ਦੇ ਸਵਾਰਥ ਨੀਤੀ ਨੂੰ ਸਮਝਦਿਆਂ ਬੁੱਝਦਿਆਂ ਵੀ ਉਸਨੂੰ ਦਇਆ ਦੀ ਦ੍ਰਿਸ਼ਟੀ ਨਾਲ ਵੇਖਦਿਆਂ ਮਾਫ਼ ਕਰ ਦਿੰਦੀ ਹੈ। ਸਿਰਫ ਸ਼ਹਿਰੀ ਰਹਿਣੀ ਬਹਿਣੀ ਵਾਲੀਆਂ ਹੀ ਨਹੀਂ, ਕੁਲਵੀਰ ਨੇ ਪੇਂਡੂ ਧਰਾਤਲ ਦੀ ਪਿੱਠ ਭੂਮੀ ਨਾਲ ਵਾਹ ਵਾਸਤਾ ਕਹਾਣੀਆਂ ਵੀ ਲਿਖੀਆਂ ਹਨ, ਜਿਵੇਂ ਬਾਹਰਲੀ ਬੈਠਕ, ਜਿਸ ਵਿੱਚ ਜਗੀਰਦਾਰੀ ਧਿਰ ਦਾ ਦਲਿਤ ਸ਼੍ਰੇਣੀ ਦੇ ਜ਼ੁਲਮ, ਔਂਤਰੀ ਕਹਾਣੀ ਵਿੱਚ ਉਸ ਰਹਿਤਲ ਦੀ ਗੱਲ ਛੇੜੀ ਗਈ ਵਿਖਾਈ ਗਈ ਹੈ, ਜਦ ਘਰ ਦੀਆਂ ਸੁਆਣੀਆਂ ਕੰਮਾਂ ਦੇ ਬੋਝ ਥੱਲੇ ਦੱਬੀਆਂ ਆਪਣੇ ਨਿਆਣੇ ਨੂੰ ਭੋਰਾ ਅਫੀਮ ਦਾ ਦੇ ਕੇ ਸੁਆ ਛੱਡਦੀਆਂ ਸਨ। ਪਰ ਅਫੀਮ ਦਾ ਭੋਰਾ ਜੇ ਵੱਧ ਦੇ ਦਿੱਤਾ ਜਾਵੇ ਤਾਂ ਕਿਵੇਂ ਬਾਲ ਸੁੱਤਾ ਹੀ ਰਹਿ ਜਾਂਦਾ ਸੀ ਤੇ ਮਾਂ ਫਿਰ ਮਾਨਸਿਕ ਸੰਤੁਲਨ ਹੀ ਕਿਉਂ ਨਾ ਗੁਆ ਬੈਠੇ। ਉਹ ਤਾਂ ਪੁੱਤ ਤੈਨੂੰ ਯਾਦ ਕਰਦੀ ਹੀ ਤੁਰ ਗਈ। ਜਦ ਡਾਕੀਏ ਦੇ ਆਉਣ ਦਾ ਵੇਲਾ ਹੋਣਾ, ਉਸਨੇ ਬੀਹੀ 'ਚ ਖੜ ਜਾਣਾ ਤੇ ਮੋਹਰੇ ਹੋ ਕੇ ਪੁੱਛਣਾ, ਕੋਈ ਮੇਰੇ ਸ਼ਿੰਦੇ ਦੀ ਚਿੱਠੀ ਹੈ। ਡਾਕੀਏ ਨੇ ਵੀ ਭੇਤ ਪਾ ਲਿਆ ਸੀ। ਉਹ ਕਈ ਵਾਰੀ ਕਹਿ ਦੇਣਾ, ਬਈ ਪਈ ਦੇ ਆਇਆ ਉਹਦੇ ਘਰੇ ਆ ਕੇ ਉਹਨੇ ਡਿਓੜੀ ਦੇ ਬੂਹੇ ਨਾਲ ਖੜੀ ਰਹਿਣਾ ਤੇ ਅੰਦਰ ਝਾਕੀ ਜਾਣਾ। ਮੈਂ ਤਾਂ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਖੌਰੇ ਕਿਹੜੀ ਰੂਹ ਸੀ ਵਿਚਾਰੀ। ਉਸ ਵਾਹਿਗੁਰੂ ਤੋਂ ਡਰੀਏ ਬੀਜੀ ਨੇ ਉੱਪਰ ਵੱਲ ਨੂੰ ਹੱਥ ਜੋੜੇ। ਕਹਾਣੀ ਮਾਂ ਦਾ ਪਿਛੋਕੜ ਵੀ ਪੰਜਾਬ ਦਾ ਪੇਂਡੂ ਮਾਹੌਲ ਹੈ, ਜਿਸ ਵਿੱਚ ਖੇਤਾਂ ਦੀ, ਫਸਲਾਂ ਦੀ, ਘਰ ਦੀ, ਵੱਡੀ ਬਜ਼ੁਰਗ ਦੀ, ਹੁਕਮ ਅਦੂਲੀ ਦੀ, ਮਾਂ ਪੁੱਤ ਦੇ ਰਿਸ਼ਤੇ ਦੀ ਅਨੋਖੀ ਤੇ ਨਵੀਨ ਤੰਦ ਨੂੰ ਬਰੀਕਬੀਨੀ ਨਾਲ ਤੇ ਦਿਲਾਂ ਨੂੰ ਧੂਹ ਪਾਉਣ ਵਾਲੀਆਂ ਹੂਕਾਂ ਨਾਲ ਪਰੋਇਆ ਹੈ, ਕਿਉਂਕਿ ਕੁਲਵੀਰ ਬਡੇਸਰੋ ਕੋਲ ਵਰਤਾਰਿਆਂ ਦੀਆਂ ਤਹਿਆਂ ਤੱਕ ਜਾਣ ਦੀ ਸਮਝ ਤੇ ਪੇਸ਼ ਕਰਨ ਦੀ ਕਲਾਸਿਕ ਸੂਝ ਹੈ। ਇਸ ਦਾ ਹੋਰ ਵੀ ਵੱਡਾ ਸਬੂਤ ਮਿਲਦਾ ਹੈ ਜਦੋਂ ਕਹਾਣੀ ਨੌ-ਸੱਸ ਲਿਖਦੀ ਹੋਈ ਉਹ ਔਰਤ ਮਨ ਦੇ ਧੁਰ ਅੰਦਰ ਤੱਕ ਲੈ ਜਾਂਦੀ ਹੈ। ਭਗਵੰਤ ਰਸੂਲਪੁਰੀ, ਸੰਪਾਦਕ ਕਹਾਣੀ ਧਾਰਾ, ਲਿਖਦੇ ਹਨ, ਉਸਨੇ ਆਪਣੀ ਕਥਾਕਾਰੀ ਵਿੱਚ ਆਧੁਨਿਕ ਨਾਰੀ ਦੀਆਂ ਮਨੋਗੁੰਝਲਾਂ ਨੂੰ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਉਸਦਾ ਕਥਾ ਬਿਰਤਾਂਤ ਆਪਣੇ ਤੋਂ ਪਹਿਲਾਂ ਲਿਖ ਰਹੀਆਂ ਕਥਾਕਾਰਾਂ ਤੋਂ ਵੱਖਰਾ ਹੈ, ਕਿਉਂਕਿ ਉਸਦੇ ਵਾਤਾਵਰਣ ਦੇ ਸੰਦਰਭ ਬਦਲ ਗਏ ਨੇ। ਇਹ ਨਾਰੀਆਂ ਆਪਣਾ ਅਸਤਿਤਵ ਬਚਾਉਣ ਲਈ ਹਰ ਰਸਤੇ 'ਤੇ ਤੁਰ ਪੈਂਦੀਆਂ ਨੇ। ਇਸ ਕਿਸਮ ਦੀ ਨਾਰੀ ਸਾਡੀ ਪੰਜਾਬੀ ਕਹਾਣੀ ਵਿੱਚ ਪਹਿਲਾਂ ਨਹੀਂ ਆਈ। ਕੁਲਵੀਰ ਜਦੋਂ ਔਰਤ ਮਰਦ ਦੇ ਰਿਸ਼ਤੇ ਦੀ ਗਹਿਰਾਈ ਦੀ ਗੱਲ ਕਰਦੀ ਹੈ ਤਾਂ ਉਸਦੀ ਕਲਮ ਬੇਉੜਕ ਜਜ਼ਬਾਤਾਂ ਦੇ ਹੜ 'ਚ ਤੁਰਦੀ ਹੈ, ਜਿਸ ਦਾ ਅੱਗੋਂ ਸ਼ਾਇਦ ਕੋਈ ਤੋੜ ਨਹੀਂ ਹੁੰਦਾ। ਉਹ ਬੇਉੜਕ ਜਜ਼ਬਾਤ ਵੇਖਣ ਨੂੰ ਮਿਲਦੇ ਹਨ ਉਸਦੀਆਂ ਕਹਾਣੀਆਂ ਮੈਂ ਕੀ ਕਰਾਂ, ਸੂਹੀ ਸਵੇਰ, ਮੁਹੱਬਤ, ਇਹ ਤੂੰ ਸੀ, ਇਹ ਮੈਂ ਸੀ, ਆਕਰੋਸ਼ ਤੇ ਦੋ ਔਰਤਾਂ ਵਿੱਚ। ਡਾਕਟਰ ਬਨੀਤਾ ਹੋਰੀ ਕੁਲਵੀਰ ਬਡੇਸਰੋ ਦੀਆਂ ਕਹਾਣੀਆਂ ਬਾਰੇ ਜੋ ਰਾਏ ਲਿਖਦੇ ਹਨ, ਉਹ ਜਿਵੇਂ ਮੇਰੀ ਉਪਰੋਕਤ ਸੋਚ ਨੂੰ ਬਿਲਕੁਲ ਪੁਖਤਾ ਕਰਦੇ ਹਨ। ਉਸਨੇ ਨਾਰੀ ਮਨ ਦੀ ਸੰਵੇਦਨਸ਼ੀਲਤਾ, ਕਰੁਣਾ, ਪਿਆਰ ਦੇ ਨਾਲ-ਨਾਲ ਇਕੱਲੀ ਔਰਤ ਦੀਆਂ ਜ਼ਿੰਮੇਵਾਰੀਆਂ ਨੂੰ ਕੋਈ ਤਰਸ ਭਾਵ ਨਾਲ ਬਿਆਨ ਨਹੀਂ ਕੀਤਾ, ਸਗੋਂ ਮੱਧ ਸ਼੍ਰੇਣੀ ਦੀ ਔਰਤ ਦਾ ਇਕਲਾਪਾ, ਜੀਵਨ 'ਚ ਪਸਰੇ ਆਰਥਿਕ ਸੰਕਟ, ਤਣਾਅ, ਸੁਪਨਿਆਂ ਦਾ ਉਸਰਨਾ ਤੇ ਢਹਿਣਾ ਸਮਾਜਿਕ ਵਰਜਨਾਵਾਂ, ਔਰਤ ਦੇ ਸੂਰਜ, ਤਿਕੋਣੀ ਰਿਸ਼ਤਿਆਂ ਦਾ ਸੰਤਾਪ ਤੇ ਸਭ ਤੋਂ ਵੱਧ ਮਾਪਿਆਂ ਵਿੱਚ ਭਾਵਕ ਸਾਂਝ ਟੁੱਟਣ ਕਾਰਨ ਬੱਚਿਆਂ ਦੇ ਮਨੋਵਿਗਿਆਨ ਵਿੱਚ ਬਣਦੇ, ਵਿਸਰਦੇ, ਟੁੱਟਦੇ, ਭੱਜਦੇ ਬਿਰਤਾਂਤ ਨੂੰ ਕੁਲਵੀਰ ਬਡੇਸਰੋ ਨੇ ਜਿੰਨੀ ਸ਼ਿੱਦਤ ਨਾਲ ਬਿਆਨ ਕੀਤਾ ਹੈ, ਉਹ ਉਸਨੂੰ ਜੀਤ ਕੌਰ ਦੇ ਸ਼ਿਲਪ ਦੇ ਬਹੁਤ ਨੇੜੇ ਲੈ ਆਉਂਦਾ ਹੈ। ਪਰ ਇਸ ਪੀੜ ਨੂੰ ਬਿਆਨ ਕਰਨ ਦਾ ਅੰਦਾਜ਼ ਉਸਦਾ ਨਿਰੋਲ ਮੌਲਿਕ ਹੈ। ਇਹ ਕਹਾਣੀਆਂ ਮਨੁੱਖੀ ਸੰਵੇਦਨਾ ਦਾ ਦੁਰਲੱਭ ਹਾਸਲ ਹਨ। ਕੁਲਵੀਰ ਬਡੇਸਰੋ ਦੇ ਵਿਸ਼ਿਆਂ ਦੀ ਕੈਨਵਸ ਪੰਜਾਬ ਦੇ ਪੇਂਡੂ ਧਰਾਤਲ ਤੋਂ ਲੈ ਕੇ
ਛੋਟੇ ਸ਼ਹਿਰਾਂ ਦੀ ਮਾਨਸਿਕਤਾ, ਫਿਰ ਮਹਾਨਗਰ ਦੀ ਤੇਜ਼ ਰਫ਼ਤਾਰ ਜ਼ਿੰਦਗੀ, ਬਾਲੀਵੁੱਡ ਦੇ ਛੋਟੇ ਵੱਡੇ ਪਰਦੇ ਤੋਂ ਲੈ ਕੇ ਵਿਦੇਸ਼ਾਂ ਦੀ ਧਰਤੀ 'ਤੇ ਫੈਲੀ ਤਨਹਾਈ ਤੇ ਉਪਰਾਮਤਾ ਤੱਕ ਵਸੀਹ ਫੈਲੀ ਹੋਈ ਹੈ। ਵਿਦੇਸ਼ ਦੀ ਧਰਤੀ 'ਤੇ ਜਾਣ ਦੀ ਕਸ਼ਿਸ਼ ਕਹਾਣੀ ਕਰਜ਼, ਵਿਦੇਸ਼ ਦੀ ਧਰਤੀ 'ਤੇ ਪਿਆਰ ਦੇ ਦੋ ਪੋਲਾਂ ਲਈ ਸਿੱਖਦੀ ਇੱਕ ਧੀ ਕਹਾਣੀ ਇੱਕ ਪਾਪਾ ਦੇ ਨਾਂ, ਵਿਦੇਸ਼ ਦੀ ਧਰਤੀ 'ਤੇ ਹੀ ਤਿਲ ਤਿਲ ਮਰਦੇ ਬਾਪ ਨੂੰ ਵੇਖ ਤਿਲ ਤਿਲ ਮਰਦੀ ਇੱਕ ਧੀ ਤੇ ਕਹਾਣੀ ਦੇ ਅੰਤ ਵਿੱਚ ਬਹੁਤ ਹੀ ਮਜਬੂਰ ਦਿਖਣ ਵਾਲੀ ਪਤਨੀ ਜਦੋਂ ਭੁੱਬ ਮਾਰ ਕੇ ਰੋਂਦੀ ਹੈ ਤੇ ਕਹਿੰਦੀ ਹੈ, ਹਾਂ ਇੱਥੇ ਤਾਂ ਹੁਣ ਹੋਇਆ ਜਿਊੜਾ ਉਦਾਸ। ਕਹਾਣੀ ਹੋਇਆ ਜਿਊੜਾ ਉਦਾਸ ਵਿੱਚ ਵਿਦੇਸ਼ ਦੀ ਧਰਤੀ 'ਤੇ ਹੀ ਗਿਲੇ ਸ਼ਿਕਾਇਤਾਂ ਨਾਲ ਜੂਝਦੇ, ਬਣਦੇ ਵਿਗੜਦੇ, ਟੁੱਟਣ ਦੀ ਕਗਾਰ 'ਤੇ ਪਹੁੰਚਦੇ ਪਹੁੰਚਦੇ ਮੁੜ ਇੱਕ ਸੋਚ ਨਾਲ ਇਕਸੁਰ ਹੁੰਦੇ ਨਣਾਨਾ ਭਰਜਾਈਆਂ ਦੇ ਰਿਸ਼ਤੇ, ਦੋ ਕਹਾਣੀਆਂ ਤੂੰ ਵੀ ਖਾ ਲੈ ਤੇ ਦੋ ਔਰਤਾਂ ਵਿੱਚ। ਅੰਤ ਵਿੱਚ ਮੈਂ ਆਪਣੀ ਗੱਲ ਅਮਰਜੀਤ ਕੌਂਕੇ, ਸੰਪਾਦਕ ਪ੍ਰਤਿਮਾਨ ਹੋਰਾਂ ਦੇ ਲਿਖੇ ਇਹਨਾਂ ਬੋਲਾਂ ਨਾਲ ਖ਼ਤਮ ਕਰਨਾ ਚਾਹਾਂਗੀ, ਜਿਸ ਨਾਲ ਮੈਂ 100% ਸਹਿਮਤ ਹਾਂ। ਕੁਲਵੀਰ ਵਡੇਸਰੋ ਦੀਆਂ ਕਹਾਣੀਆਂ ਦੇ ਵਿਸ਼ੇ ਨਿਵੇਕਲੇ ਹਨ, ਪਰ ਮੁਸ਼ਕਲ ਵਿਸ਼ੇ ਲੈ ਕੇ ਸ਼ਬਦਾਂ ਦੀ ਰਵਾਨਗੀ ਅਤੇ ਸਮਾਜ ਪ੍ਰਤੀ ਸੂਝ ਰਚਨਾਕਾਰ ਨੂੰ ਪਾਠਕਾਂ ਵਿੱਚ ਮਕਬੂਲ ਬਣਾਉਣ ਦੀ ਹੀ ਨਹੀਂ, ਬਲਕਿ ਚੁਕਾ ਦੇਣ ਵਾਲੀ ਸਮਰੱਥਾ ਵੀ ਰੱਖਦੀ ਹੈ। ਮਨੁੱਖੀ ਮਨ ਦੀਆਂ ਤਹਿਾਂ ਅਤੇ ਮਨੁੱਖੀ ਸੋਚ ਦੀਆਂ ਸੂਖਮ ਅਤੇ ਅੰਤਰੀਵੀ ਪਰਤਾਂ ਨੂੰ ਛੂਹੰਦੀ ਹੋਈ ਉਹ ਪਾਠਕਾਂ ਦੇ ਮਨਾਂ ਅੰਦਰ ਵੱਖਰੀ ਕਿਸਮ ਦਾ ਜਾਦੂ ਜਗਾਉਣ ਦੀ ਕਲਾ ਜਾਣਦੀ ਹੈ।